Hello, my dear students. I am Neelu Sharma. I am working as a vocational trainer, apparel in Government Girls Senior Secondary School ਗੁਰਦਾਸਪੁਰ। ਅੱਜ ਬੇਟਾ ਮੈਂ ਤੁਹਾਡੇ ਲਈ NSQF ਕਲਾਸ +1 ਦਾ ਇੱਕ ਟੌਪਿਕ ਲੈ ਕੇ ਆਈ ਹਾਂ ਜੋ ਕਿ ਯੂਨਿਟ 2 ਵਿੱਚੋਂ ਹੈ। ਸਾਡੇ ਯੂਨਿਟ ਦਾ ਨਾਮ ਹੈ ਸੈਲਫ ਮੈਨੇਜਮੈਂਟ ਸਕਿੱਲ ਔਰ ਸੈਸ਼ਨ ਨੰਬਰ 7 ਹੈ ਗੋਲ ਸੈਟਿੰਗ। ਗੋਲ ਸੈਟਿੰਗ ਪੜ੍ਹਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੋਲ ਕੀ ਹੈ। ਗੋਲ ਨੂੰ ਪੰਜਾਬੀ 'ਚ ਟੀਚਾ ਕਿਹਾ ਜਾਂਦਾ ਹੈ। ਟੀਚਾ ਇੱਕ ਲੋੜੀਂਦਾ ਨਤੀਜਾ ਹੁੰਦਾ ਹੈ ਜਿਸ ਦੀ ਪ੍ਰਾਪਤੀ ਲਈ ਇੱਕ ਵਿਅਕਤੀ ਯੋਜਨਾ ਬਣਾਉਂਦਾ ਹੈ ਅਤੇ ਉਸ ਨਤੀਜੇ ਨੂੰ ਪਾਉਣ ਲਈ ਵਚਨਬੱਧ ਹੁੰਦਾ ਹੈ। A goal is a desired result that a person plan and commit to achieve। ਕਿ ਇੱਕ ਅਜਿਹਾ ਸੁਪਨਾ ਜੋ ਅਸੀਂ ਦੇਖਦੇ ਹਾਂ ਔਰ ਅਸੀਂ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਜਦ ਇੱਕ ਵਿਅਕਤੀ ਉਸਦੇ ਲਈ ਯੋਜਨਾ ਬਣਾਉਂਦਾ ਹੈ ਕਿ ਉਸ ਨਤੀਜੇ ਨੂੰ ਪ੍ਰਾਪਤ ਕਰ ਸਕੇ ਔਰ ਉਸ ਨਤੀਜੇ ਨੂੰ ਪ੍ਰਾਪਤ ਕਰਨ ਲਈ ਉਹ ਹਰ ਇੱਕ ਕੋਸ਼ਿਸ਼ ਕਰਦਾ ਹੈ ਜਿਸ ਦੇ ਨਾਲ ਉਹ ਆਪਣੇ ਗੋਲ ਨੂੰ ਆਪਣੇ ਲਕਸ਼ ਨੂੰ ਪ੍ਰਾਪਤ ਕਰ ਸਕੇ। ਸਾਡੀ ਜ਼ਿੰਦਗੀ ਵਿੱਚ ਸਾਡਾ ਕੋਈ ਇੱਕ ਗੋਲ ਹੋਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ 'ਚ ਗੋਲ ਰੱਖਾਂਗੇ ਤਾਂ ਹੀ ਸਾਡੇ ਸੁਪਨਾ ਜੋ ਹੈ ਉਹ ਪੂਰਾ ਹੋ ਸਕਦਾ ਹੈ। ਨੀਚੇ ਪਿਕਚਰ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਇੱਕ ਪਰਸਨ ਦਿਖਾਇਆ ਗਿਆ ਹੈ ਜਿਸ ਦਾ ਇੱਕ ਗੋਲ ਉਸਨੇ ਰੱਖਿਆ ਹੋਇਆ ਗੋਲ ਔਰ ਉਹ ਆਰਾਮ ਨਾਲ ਉਸ ਦੀ ਤਰਫ ਚੱਲ ਰਿਹਾ ਹੈ ਜੋ ਕਿ ਉਸਨੂੰ ਸਕਸੈਸ ਦੀ ਤਰਫ ਲੈ ਕੇ ਜਾਵੇਗਾ। ਹੁਣ ਅਸੀਂ ਪੜ੍ਹਾਂਗੇ ਗੋਲ ਸੈਟਿੰਗ। ਗੋਲ ਸੈਟਿੰਗ ਨੂੰ ਪੰਜਾਬੀ ਵਿੱਚ ਟੀਚਾ ਨਿਰਧਾਰਨ ਕਰਨਾ ਜਾਂ ਟੀਚਾ ਨਿਰਧਾਰਿਤ ਕਿਹਾ ਜਾਂਦਾ ਹੈ। ਟੀਚਾ ਨਿਰਧਾਰਨ ਕਰਨਾ ਤੁਹਾਡੀ ਨਿੱਜੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਕਾਰਕ ਹੈ। ਤੁਹਾਡੀ ਜ਼ਿੰਦਗੀ ਵਿੱਚ ਟੀਚੇ ਨਿਰਧਾਰਨ ਕਰਨ ਦੀ ਪ੍ਰਕਿਰਿਆ ਤੁਹਾਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰਦੀ ਹੈ ਜ਼ਿੰਦਗੀ ਕਿਵੇਂ ਜਿਉਣੀ ਹੈ, ਤੁਸੀਂ ਕਿੱਥੇ ਰਹਿਣਾ ਚਾਹੁੰਦੇ ਹੋ, ਭਵਿੱਖ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ। ਅਸੀਂ ਪੜ੍ਹਦੇ ਹਾਂ ਗੋਲਸ ਵਰਸਸ ਡ੍ਰੀਮਸ। ਤੁਸੀਂ ਬੇਟਾ ਸੋਚ ਰਹੇ ਹੋਵੇਗੇ ਕਿ ਗੋਲਸ ਔਰ ਡ੍ਰੀਮਸ ਦੋਨੋਂ ਇੱਕੋ ਜਿਹੀਆਂ ਚੀਜ਼ਾਂ ਲੱਗ ਰਹੀਆਂ। ਡ੍ਰੀਮਸ ਵੀ ਇੱਕ ਸਪਨਾ ਹੈ ਔਰ ਗੋਲ ਵੀ ਇੱਕ ਸਪਨਾ ਹੈ, ਲੇਕਿਨ गोल सपना है। नीचे में लाइन लिखिए बेटा, गोल्स आर ड्रीम्स विच विद प्लानिंग एंड अचीवमेंट्स। कि ਟੀਚੇ ਯੋਜਨਾਬੰਦੀ ਅਤੇ ਪ੍ਰਾਪਤੀਆਂ ਦੇ ਨਾਲ ਸੁਪਨੇ ਹੁੰਦੇ ਹਨ। ਮੀਨਸ ਕਿ ਜਦੋਂ ਅਸੀਂ ਕੋਈ ਇੱਕ ਸੁਪਨਾ ਦੇਖਿਆ ਕੁਛ ਬਣਨ ਦਾ, ਕੋਈ ਚੀਜ਼ ਨੂੰ ਪਾਉਣ ਦਾ ਸੁਪਨਾ ਦੇਖਿਆ ਅਤੇ ਅਸੀਂ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਪ੍ਰੋਪਰ ਇੱਕ ਪਲੈਨਿੰਗ ਕਰਦੇ ਹਾਂ ਔਰ ਉਸ ਪਲੈਨਿੰਗ ਕਰਨ ਤੋਂ ਬਾਅਦ ਅਸੀਂ ਉਸਨੂੰ ਅਚੀਵ ਕਰਨ ਲਈ ਹਰ ਤਰੀਕੇ ਦੇ ਐਫਰਟਸ, ਹਰ ਤਰੀਕੇ ਨਾਲ ਅਸੀਂ ਸੰਭਵ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅਸੀਂ ਉਸਨੂੰ ਸੁਪਨੇ ਨੂੰ ਪੂਰਾ ਕਰ ਸਕੀਏ। ਔਰ ਇਹ ਸੁਪਨਾ ਜਦ ਉਹ ਪਲੈਨਿੰਗ ਦੇ ਨਾਲ ਭਰਿਆ ਹੋਇਆ ਹੋਵੇਗਾ ਜਾਂ ਅਚੀਵਮੈਂਟਸ ਦੇ ਨਾਲ ਭਰਿਆ ਹੋਏਗਾ ਉਸਨੂੰ ਅਸੀਂ ਗੋਲ ਕਹਿੰਦੇ ਹਾਂ। ਔਰ ਡ੍ਰੀਮਸ ਕੀ ਹੈ? ਡ੍ਰੀਮਸ ਆਰ ਓਨਲੀ ਡ੍ਰੀਮਸ। ਸੁਪਨੇ ਸਿਰਫ ਸੁਪਨੇ ਹੁੰਦੇ ਆ। ਕਿਉਂਕਿ ਅਸੀਂ ਸੁਪਨੇ ਤੇ ਲੈ ਰਹੇ ਹਾਂ, ਅਸੀਂ ਸੁਪਨੇ ਤੇ ਦੇਖ ਰਹੇ ਹਾਂ ਮੇਰੇ ਕੋਲ ਇੱਕ ਇੰਨਾ ਮਤਲਬ ਵੱਡਾ ਘਰ ਹੋਏ, ਮੇਰੇ ਕੋਲ ਇੱਕ ਗੱਡੀ ਹੋਏ, ਲੇਕਿਨ ਕਿਆ ਅਸੀਂ ਉਸ ਗੱਡੀ ਨੂੰ ਖਰੀਦਣ ਲਈ ਜਾਂ ਅਸੀਂ ਘਰ ਨੂੰ ਖਰੀਦਣ ਲਈ ਕਿਆ ਮਿਹਨਤ ਕਰ ਰਹੇ ਹਾਂ ਕੁਛ ਕਿ ਅਸੀਂ ਉਸਨੂੰ ਖਰੀਦ ਸਕੀਏ ਜਾਂ ਕਿਆ ਪਲੈਨਿੰਗ ਹੈ ਸਾਡੀ। ਤੋ ਇਸੇ ਚੀਜ਼ ਨੂੰ ਅਸੀਂ ਡ੍ਰੀਮਸ ਕਹਿੰਦੇ ਹਾਂ ਜੋ ਸਿਰਫ ਅਸੀਂ ਸੋਚਦੇ ਹਾਂ, ਲੇਕਿਨ ਜਦੋਂ ਅਸੀਂ ਉਸਦੀ ਪ੍ਰੋਪਰ ਪਲੈਨਿੰਗ ਕਰਦੇ ਹਾਂ, ਉਸਨੂੰ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ, ਉਸਨੂੰ ਅਸੀਂ ਗੋਲ ਕਹਿੰਦੇ ਹਾਂ। A person without goal is like a body without soul। ਟੀਚਾ ਰਹਿਤ ਮਨੁੱਖ ਰੂਹ ਤੋਂ ਬਿਨਾਂ ਸਰੀਰ ਵਰਗਾ ਹੁੰਦਾ ਹੈ। ਕਿ ਜਿਸ ਵਿਅਕਤੀ ਦੀ ਜ਼ਿੰਦਗੀ ਵਿੱਚ ਗੋਲ ਨਹੀਂ ਹੈ, ਜੋ ਵਿਅਕਤੀ ਆਪਣੇ ਬਿਨਾਂ ਗੋਲ, ਬਿਨਾਂ ਲਕਸ਼ ਨਿਰਧਾਰਿਤ ਕੀਤੇ ਜਾਂ ਬਿਨਾਂ ਕਿਸੇ ਗੋਲ ਦੇ ਅੱਗੇ ਵੱਧ ਰਿਹਾ ਹੈ, ਉਸ ਦਾ ਸਰੀਰ ਐਵੇਂ ਹੈ ਜਿਸ ਤਰ੍ਹਾਂ ਸਰੀਰ ਦੇ ਵਿੱਚ ਰੂਹ ਨਾ ਹੋਵੇ। ਨੀਚੇ ਦਿਖਾਈ ਗਈ ਪਿਕਚਰ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਇੱਕ ਆਦਮੀ ਹੈ ਜਿਸ ਨੂੰ ਪਤਾ ਹੀ ਨਹੀਂ ਹੈ ਕਿ ਉਸਦਾ ਗੋਲ ਕੀ ਹੈ, ਉਸਦਾ ਏਮ ਕੀ ਹੈ ਜ਼ਿੰਦਗੀ ਵਿੱਚ। ਉਹ ਜ਼ਿੰਦਗੀ ਵਿੱਚ ਉਸਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਕੀ ਨਹੀਂ। ਇੱਕ ਮੈਂ
ਉਦਾਹਰਨ ਦਿੰਦੀ ਹਾਂ ਪਿਆਰੇ ਵਿਦਿਆਰਥੀਓ, ਜਿੱਦਾਂ ਤੁਸੀਂ +1 ਵਿੱਚ ਆਉਂਦੇ ਹੋ, ਤੁਹਾਡੇ ਵਿੱਚ ਕਈ ਸਟੂਡੈਂਟਸ ਦਾ ਗੋਲ ਸੈੱਟ ਹੈ, ਮੈਂ ਡਾਕਟਰ बनना है, मैं इंजीनियर बनना है, मैं एक फैशन डिज़ाइनर बनना है, ਜਾਂ मैं एक अच्छा ਆਰਕੀਟੈਕਚਰ ਬਣਨਾ ਚਾਹੁੰਦਾ ਹਾਂ। ਤਾਂ ਉਸ ਤੁਸੀਂ ਲੋਕ ਸੋਚੋਗੇ, ਜੋ ਤੁਸੀਂ ਆਪਣਾ ਜਿਸ ਬੱਚੇ ਨੇ ਗੋਲ ਰੱਖਿਆ ਤੁਸੀਂ ਉਸੇ ਦੇ ਵੱਲ ਜਾਓਗੇ ਕਿ ਸਾਇੰਸ ਜਿਸਨੇ ਡਾਕਟਰ ਬਣਨਾ ਉਸਨੂੰ ਪਤਾ ਮੈਂ ਸਾਇੰਸ ਹੀ ਪੜ੍ਹਨੀ ਹੈ, ਔਰ ਜਿਸਨੇ इंजीनियर बनना और नॉन मेडिकल ही पढ़ेगा। तो देखो डिज़ाइनर बनने वाला उसे लाइन में NSQF जिस अपैरल सब्जेक्ट रखेगा कि मैनू फैशन डिज़ाइनर ही बनना। लेकिन अगर तुसी अपने फ्रेंड से पिछे लगते हो, मेरी फ्रेंड ये बोल रही है मैं ए वाला सब्जेक्ट रखना तो मैं उही रखांगा, तो असी जिंदगी विच एवें कभी भी कामयाब नहीं हो सकते, क्योंकि गोल साडा होना चाहिए है, जिंदगी साडी है, सानू पता होना चाहिए है कि असी जिंदगी विच की करना है, ਤਾਂ ਹੀ ਅਸੀਂ ਕਾਮਯਾਬ ਹੋ ਸਕਾਂਗੇ। ਇੱਕ ਤੋਂ ਜ਼ਿਆਦਾ ਗੋਲ ਰੱਖਾਂਗੇ ਜ਼ਿੰਦਗੀ ਵਿੱਚ ਤਾਂ ਵੀ ਜੋ ਹੈ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦੇ। ਵਾਈ ਸੈਟ ਗੋਲਸ, ਸਾਨੂੰ ਜ਼ਿੰਦਗੀ ਵਿੱਚ ਗੋਲ ਕਿਉਂ ਸੈੱਟ ਕਰਨੇ ਹੈ, ਇਸਦੀ ਕਿਆ ਜ਼ਰੂਰਤ ਹੈ, ਅਸੀਂ ਦੇਖਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਮਹੱਤਵਪੂਰਨ ਚੀਜ਼ਾਂ ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਤੁਸੀਂ ਆਪਣੀ ਜ਼ਿੰਦਗੀ ਨੂੰ ਕੰਟਰੋਲ ਕਰ ਸਕਦੇ ਹੋ। ਤੁਸੀਂ ਜ਼ਿੰਦਗੀ ਵਿੱਚ ਚੰਗੇ ਅਤੇ ਵਧੀਆ ਫੈਸਲੇ ਲੈ ਸਕਦੇ ਹੋ। ਤੁਸੀਂ ਆਪਣਾ ਟੀਚਾ ਕੁਸ਼ਲਤਾ ਨਾਲ ਪੂਰਾ ਕਰ ਸਕਦੇ ਹੋ। ਤੁਸੀਂ ਆਤਮ ਵਿਸ਼ਵਾਸੀ ਬਣੋਗੇ, ਤੁਸੀਂ ਹਮੇਸ਼ਾ ਤਰੱਕੀ ਕਰੋਗੇ, ਤੁਸੀਂ ਸਫਲਤਾ ਜ਼ਰੂਰ ਪ੍ਰਾਪਤ ਕਰੋਗੇ। ਨੀਚੇ ਮੈਂ ਤੁਹਾਨੂੰ 2 ਪਿਕਚਰਸ ਦਿਖਾ ਰਹੀ ਹਾਂ। ਦੇਖੋ, ਇੱਕ ਦੇ ਵਿੱਚ ਇੱਕ ਪਰਸਨ ਦਾ ਗੋਲ ਹੈ ਜੋ ਆਰਾਮ ਨਾਲ ਸੀढ़ी ਚੜ੍ਹਦਾ ਜਾ ਰਿਹਾ ਹੈ, सीढ़ी दर सीढ़ी, और उसका एक गोल है, उसका एक सपना है। और दूसरी तरफ एक पिक्चर है लेफ्ट हैंड साइड ਤੇ ਤੁਸੀਂ ਦੇਖ ਰਹੇ ਹੋ, ਉਹਦੇ ਵਿੱਚ ਇੱਕ ਕਨਫਿਊਜ਼ਡ ਪਰਸਨ ਹੈ। ਕਿਉਂ ਕਨਫਿਊਜ਼ਡ ਹੈ? ਕਿਉਂਕਿ ਉਸਦਾ ਕੋਈ ਜ਼ਿੰਦਗੀ 'ਚ ਏਮ ਨਹੀਂ ਹੈ, ਉਸਦਾ ਗੋਲ ਨਹੀਂ ਹੈ, ਉਸਨੂੰ ਪਤਾ ਹੀ ਨਹੀਂ ਹੈ ਕਿ ਮੈਂ ਜ਼ਿੰਦਗੀ ਵਿੱਚ ਮੇਰਾ ਲਕਸ਼ ਕੀ ਹੈ, ਮੇਰਾ ਗੋਲ ਕੀ ਹੈ, ਮੈਂ ਆਪਣੇ ਗੋਲ ਤੱਕ ਕਿਵੇਂ ਪੁੱਜਣਾ। ਉਸਨੂੰ ਸਮਝ ਹੀ ਨਹੀਂ ਆਉਂਦਾ ਕਿ ਆਪਣੀ ਜ਼ਿੰਦਗੀ 'ਚ ਕਿਵੇਂ, ਕਿਸ ਤਰੀਕੇ ਨਾਲ ਕਿਹੜਾ ਰਸਤਾ ਚੁਣੇ। ਇਸ ਲਈ ਬੇਟਾ ਸਾਨੂੰ ਜ਼ਿੰਦਗੀ 'ਚ ਆਪਣਾ ਗੋਲ ਸੈੱਟ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਕੰਟਰੋਲ ਕਰਨ ਦੇ ਨਾਲ ਨਾਲ, ਅੱਛੇ ਫੈਸਲੇ ਲੈਣ ਦੇ ਨਾਲ ਨਾਲ ਅਸੀਂ ਕੁਸ਼ਲਤਾ ਨਾਲ ਆਪਣਾ ਜੋ ਹੈ ਗੋਲ ਹੈ ਉਹ ਪੂਰਾ ਕਰ ਸਕਾਂਗੇ। ਆਤਮ ਵਿਸ਼ਵਾਸ ਤੇ ਕੌਨਫੀਡੈਂਸ ਲੈਵਲ ਜੋ ਹੈ ਸਾਡਾ ਵਧੇਗਾ, ਨਾਲ ਅਸੀਂ ਤਰੱਕੀ ਕਰਨ ਦੇ ਨਾਲ ਨਾਲ ਜੋ ਹੈ ਸਫਲਤਾ ਸਾਡੇ ਕਦਮ ਚੂਮੇਗੀ। बेटा जी, ਤੁਹਾਨੂੰ ਸਕਰੀਨ ਤੇ ਇੱਕ ਪਿਕਚਰ ਦਿਖਾਈ ਦੇ ਰਹੀ ਹੋਏਗੀ, ਜਿਸ ਦੇ ਵਿੱਚ ਲੈਫਟ ਹੈਂਡ ਸਾਈਡ ਤੇ ਬਹੁਤ ਸਾਰੇ ਰਸਤੇ ਹਨ ਅਤੇ ਦੂਸਰੇ ਪਾਸੇ ਇੱਕ ਆਦਮੀ ਹੈ ਖੜਾ, ਜੋ ਕਿ ਦੇਖ ਰਿਹਾ ਹੈ ਕਿ ਮੈਂ ਕਿਸ ਤਰੀਕੇ ਰਸਤੇ ਨੂੰ अपनावा। क्यों सोच रहा है? क्योंकि उसਨੂੰ अपना गोल नहीं पता। और अगर उस बंदे ਨੂੰ ਜਾਂ ਉਸ ਵਿਦਿਆਰਥੀ ਨੂੰ ਜਾਂ ਉਸ ਪਰਸਨ ਨੂੰ ਪਤਾ ਹੋਏ ਕਿ ਮੈਨੂੰ ਜ਼ਿੰਦਗੀ ਵਿੱਚ ਕਿਸ ਤਰਫ ਜਾਣਾ ਹੈ, ਤਾਂ ਹੀ ਉਹ ਆਪਣਾ ਰਸਤਾ ਸਹੀ ਤਰੀਕੇ ਨਾਲ ਚੁਣ ਕੇ ਆਪਣਾ ਗੋਲ ਪ੍ਰਾਪਤ ਕਰ ਸਕਦਾ ਹੈ। ਇੱਕ ਤੁਹਾਨੂੰ ਇੱਥੇ ਮੈਂ ਉਦਾਹਰਨ ਦਿੰਦੀ ਹਾਂ ਕਿ ਇੱਕ ਵਿਅਕਤੀ अगर स्टेशन ਤੇ ਜਾਂਦਾ ਹੈ ਔਰ ਖਿੜਕੀ ਤੇ ਜਾ ਕੇ ਉੱਥੇ ਟਿਕਟ ਖਿੜਕੀ ਤੇ ਜਾ ਕੇ ਕਹਿੰਦਾ ਹੈ ਮੈਨੂੰ ਟਿਕਟ ਦੇ ਦਿਓ, ਅੱਗੋਂ ਕੋਈ ਲੇਡੀ ਜਾਂ ਜੈਂਟਸ ਪੁੱਛਦਾ ਹੈ ਕਿੱਥੋਂ ਦੀ, ਕਹਿੰਦਾ ਕਿਤੋਂ ਦੀ ਵੀ ਦੇ ਦਿਓ, और लेडी कितों ਦੀ ਵੀ ਨਹੀਂ ਦੇਂਦੀ, और ਉਹ ਪਰਸਨ ਕਿਤੇ ਵੀ ਨਹੀਂ ਪੁੱਛਦਾ। मतलब कि ਉਸਨੂੰ ਉਸਦੀ ਕੋਈ ਪਲੈਨਿੰਗ ਹੀ ਨਹੀਂ ਹੈ, ਉਸਦਾ ਗੋਲ ਹੀ ਨਹੀਂ ਹੈ ਕਿ ਉਹਨੇ ਕਿੱਥੇ ਜਾਣਾ। ਔਰ ਇਸਦੇ ਅਗਰ ਉਸ ਆਦਮੀ ਨੂੰ ਜਾਂ ਉਸ ਵਿਅਕਤੀ ਨੂੰ ਪਤਾ ਹੋਏ ਕਿ ਮੈਂ ਕਿੱਥੇ ਜਾਣਾ ਹੈ, ਤੇ ਉਹ ਆਏਗਾ ਟਿਕਟ ਖਿੜਕੀ ਤੇ ਆ ਕੇ ਕੀ ਬੋਲਦਾ ਹੈ ਕਿ ਮੈਨੂੰ ਟਿਕਟ ਦੇ ਦਿਓ, ਮੈਂ ਦਿੱਲੀ ਜਾਣਾ ਹੈ। ਔਰ ਉੱਥੇ ਬੈਠਾ ਹੋਇਆ ਕੋਈ ਵੀ ਪਰਸਨ ਉਸ ਬੰਦੇ ਨੂੰ ਉਹ ਦਿੱਲੀ ਦੀ ਟਿਕਟ ਦੇ ਦੇਗਾ ਔਰ ਉਸਨੂੰ ਟਾਈਮਿੰਗ ਮੈਂਸ਼ਨ ਕਰ ਦੇਗਾ ਕਿ ਇੰਨੇ ਵਜੇ ਦੀ ਟ੍ਰੇਨ ਹੈ ਔਰ ਇੰਨੇ ਵਜੇ ਪਹੁੰਚਾਏਗੀ। ਔਰ ਉਸ ਬੰਦੇ ਨੂੰ ਉਹ ਦਿੱਲੀ ਪਹੁੰਚਣ ਦੇ ਲਈ ਉਸ ਟ੍ਰੇਨ ਵਿੱਚ ਬੈਠਣਾ ਪਏਗਾ ਔਰ ਟਾਈਮ ਦੇ ਅਕੋਰਡਿੰਗਲੀ ਜਿੰਨੇ ਵਜੇ ਦਾ ਵੀ ਟਾਈਮ ਹੈ ਉੱਥੇ ਦਿੱਲੀ ਪੁੱਜ ਜਾਏਗਾ। ਲੇਕਿਨ ਉਸਨੂੰ ਪਲੈਨਿੰਗ ਕਰਨੀ ਪਈ, ਐਫਰਟ ਕਰਨੇ ਪਏ। ਅਗਰ ਉਹ ਐਫਰਟ ਨਾ ਕਰਦਾ ਤਾਂ ਉਹ ਦਿੱਲੀ ਨਾ ਪੁੱਜਦਾ। ਸੇਮ ਬੇਟਾ ਸਾਡੀ ਜ਼ਿੰਦਗੀ ਦਾ ਹੈ। ਅਗਰ ਅਸੀਂ ਗੋਲ ਸੈੱਟ ਕਰਾਂਗੇ ਤਾਂ ਹੀ ਅਸੀਂ ਕੋਈ ਖਾਸ ਰਸਤਾ ਚੁਣਾਂਗੇ, ਨਹੀਂ ਤਾਂ ਜ਼ਿੰਦਗੀ 'ਚ ਇੰਨੇ ਰਸਤੇ ਹਨ ਕਿ ਅਸੀਂ ਉੱਥੇ ਦੇ ਉੱਥੇ ਹੀ ਗਵਾਚ ਕੇ ਰਹਿ ਜਾਵਾਂਗੇ, ਘੁੰਮਦੇ ਰਹਾਂਗੇ, ਕਿਸੇ ਵੀ ਮੰਜ਼ਿਲ 'ਤੇ ਨਹੀਂ ਪਹੁੰਚ ਪਾਵਾਂਗੇ।
ਹੁਣ ਅਸੀਂ ਪੜਾਂਗੇ ਟਾਈਪਸ ਆਫ ਗੋਲਸ। ਗੋਲਸ ਜੋ ਹੈ ਬੱਚਾ ਦੋ ਤਰੀਕੇ ਦੇ ਹੁੰਦੇ ਹਨ, ਇੱਕ ਹੈ ਸ਼ਾਰਟ ਟਰਮ ਗੋਲਸ, ਦੂਸਰੇ ਹਨ ਲੌਂਗ ਟਰਮ ਗੋਲਸ। ਸ਼ਾਰਟ ਟਰਮ ਗੋਲਸ ਵਿੱਚ ਉਹ ਲਕਸ਼ ਜਾਂ ਉਹ ਟੀਚੇ ਆ ਜਾਂਦੇ ਹਨ ਜਿਹੜੇ ਇੱਕ ਦਿਨ, 2 ਦਿਨ, ਹਫਤਾ, ਮਹੀਨਾ ਜਾਂ ਸਾਲ, 2 ਸਾਲ ਦੇ ਹੋ ਸਕਦੇ ਹਨ। ਲੌਂਗ ਟਰਮ ਗੋਲਸ ਵਿੱਚ ਉਹ ਗੋਲਸ ਜਾਂ ਉਹ ਟੀਚੇ ਆਉਣਗੇ ਜਿਨ੍ਹਾਂ ਦੀ ਉਮਰ ਜਾਂ ਜਿਨ੍ਹਾਂ ਦਾ ਸਮੇਂ 5 ਸਾਲ ਤੋਂ ਉੱਪਰ, 10 ਜਾਂ 20 ਸਾਲ ਤੱਕ ਜਾਂ ਉਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਸ਼ਾਰਟ ਟਰਮ ਗੋਲ ਕੀ ਹੈ? ਜਿਸ ਤਰ੍ਹਾਂ ਅਸੀਂ +1 ਦੇ ਤੁਸੀਂ ਬੱਚੇ +1 ਪੜ੍ਹ ਰਹੇ ਹੋ ਅਤੇ +1 ਵਿੱਚ ਪੜ੍ਹਨ ਤੋਂ ਬਾਅਦ ਤੁਹਾਡਾ ਹੋਏਗਾ ਇੱਕ ਗੋਲ ਕਿ ਮੈਂ +2 ਵਿੱਚੋਂ 80% ਤੋਂ ਅਬਵ ਮਾਰਕਸ ਲੈਣੇ ਹਨ। ਔਰ ਲੌਂਗ ਟਰਮ ਗੋਲ ਕੀ ਹੋ ਸਕਦਾ ਹੈ? ਮੈਂ ਜ਼ਿੰਦਗੀ ਵਿੱਚ ਇੱਕ ਡਿਜ਼ਾਈਨਰ ਬਣਨਾ ਚਾਹੁੰਦਾ ਹਾਂ, ਮੈਂ ਜ਼ਿੰਦਗੀ ਵਿੱਚ ਇੱਕ ਡਾਕਟਰ ਬਣਨਾ ਚਾਹੁੰਦੀ ਹਾਂ, ਜਾਂ ਜੋ ਵੀ ਤੁਸੀਂ ਬਣਨਾ ਚਾਹੁੰਦੇ ਹੋ ਉਹ ਹੈ ਲੌਂਗ ਟਰਮ ਗੋਲ। ਕਿਉਂਕਿ ਕਿਸੇ ਪੋਜੀਸ਼ਨ ਨੂੰ ਅਚੀਵ ਕਰਨ ਲਈ, ਚਾਹੇ ਉਹ ਟੀਚਰ ਹੈ, ਡਾਕਟਰ ਹੈ, ਤੁਹਾਨੂੰ ਇੱਕ ਲੰਬਾ ਸਮਾਂ 5-6 ਸਾਲ ਦੀ ਸਟੱਡੀ ਕਰਕੇ ਹੀ ਤੁਸੀਂ ਉਸ ਲੰਬੇ ਗੋਲ ਤੱਕ ਪਹੁੰਚ ਸਕਦੇ ਹੋ। ਹੁਣ ਬੇਟਾ ਜੀ ਅਸੀਂ ਪੜਾਂਗੇ ਗੋਲ ਸੈਟਿੰਗ। ਹਾਊ ਟੂ ਸੈਟ ਸਮਾਰਟ ਗੋਲਸ ਮੀਨਸ ਕਿ ਅਸੀਂ ਗੋਲ ਸੈਟਿੰਗ ਕਰਦੇ ਸਮੇਂ ਜਾਂ ਗੋਲ ਸੈਟਿੰਗ ਕਰਦੇ ਵਕਤ ਜੋ ਹੈ ਸ਼ਾਨਦਾਰ ਗੋਲਸ ਕਿਵੇਂ ਸੈੱਟ ਕਰ ਸਕਦੇ ਹਾਂ। ਦੇਖੋ ਇੱਕ ਪਿਕਚਰ ਮੈਂ ਇੱਥੇ ਤੁਹਾਨੂੰ ਦਿਖਾ ਰਹੀ ਹਾਂ ਜਿਸ ਦੇ ਵਿੱਚ ਸਮਾਰਟ ਦਾ ਇੱਕ ਅਲਫਾਬੈਟ ਨੂੰ ਕਿੰਨੀ ਸੋਹਣੀ ਤਰ੍ਹਾਂ ਡਿਸਕ੍ਰਾਈਬ ਕੀਤਾ ਗਿਆ ਹੈ। S stands for specific, M stands for measurable, A stands for attainable, and R for relevant, and last is T. T is for time bound. ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਸਪੈਸੀਫਿਕ। ਸਪੈਸੀਫਿਕ ਦਾ ਮਤਲਬ ਹੈ ਖਾਸ, ਸਾਫ਼ ਅਤੇ ਸਪਸ਼ਟ। ਟੀਚਾ ਹਮੇਸ਼ਾ ਸਾਫ਼ ਅਤੇ ਸਪਸ਼ਟ ਹੋਣਾ ਚਾਹੀਦਾ ਹੈ। ਟੀਚਾ ਨਿਰਧਾਰਤ ਕਰਦੇ ਸਮੇਂ ਹੇਠ ਲਿਖੇ ਪ੍ਰਸ਼ਨਾਂ 'ਤੇ ਵਿਚਾਰ ਕਰਨਾ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਆਪਣਾ ਇੱਕ ਗੋਲ ਸੈੱਟ ਕਰ ਰਹੇ ਹਾਂ ਉਹ ਹਮੇਸ਼ਾ ਸਾਫ਼, ਸਪਸ਼ਟ ਅਤੇ ਖਾਸ ਹੋਣਾ ਚਾਹੀਦਾ ਹੈ। ਅਸੀਂ ਆਪਣਾ ਗੋਲ ਸੈੱਟ ਕਰਦੇ ਸਮੇਂ ਜੋ ਅਸੀਂ ਕੁਐਸਚਨਸ ਹੈ ਇਹਨਾਂ ਬਾਰੇ ਵਿਚਾਰ ਜ਼ਰੂਰ ਕਰਾਂਗੇ ਤਾਂ ਕਿ ਅਸੀਂ ਆਪਣੇ ਗੋਲ ਨੂੰ ਪ੍ਰਾਪਤ ਕਰ ਸਕੀਏ। ਇਹ ਕੁਐਸਚਨਸ ਹਨ ਕੌਣ, ਕੀ, ਕਿੱਥੋਂ, ਕਦੋਂ, ਕਿਉਂ। ਟੀਚੇ ਵਿੱਚ ਕੌਣ ਸ਼ਾਮਿਲ ਹੈ? ਮੈਂ ਕੀ ਕਰਨਾ ਚਾਹੁੰਦਾ ਹਾਂ? ਮੈਂ ਕਿੱਥੋਂ ਸ਼ੁਰੂ ਕਰਾਂ? ਮੈਂ ਕਦੋਂ ਸ਼ੁਰੂ ਅਤੇ ਕਦੋਂ ਖਤਮ ਕਰਾਂਗਾ? ਮੈਂ ਇਹ ਕਿਉਂ ਕਰ ਰਿਹਾ ਹਾਂ? ਜਦ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਕਲੈਰੀਫਿਕੇਸ਼ਨ ਕਰ ਲੈਂਦੇ ਹਾਂ, ਆਪਣੇ ਦਿਮਾਗ ਵਿੱਚ ਇਸਨਾਂ ਬਾਰੇ ਵਿਚਾਰ ਕਰ ਲੈਂਦੇ ਹਾਂ ਤਾਂ ਉਹ ਟੀਚਾ ਸਾਡੇ ਲਈ ਖਾਸ, ਸਾਫ਼, ਸਪਸ਼ਟ ਜਾਂ ਸਪੈਸੀਫਿਕ ਹੋ ਜਾਂਦਾ ਹੈ। ਉਦਾਹਰਨ ਦੇਖੋ ਬੇਟਾ, लेफ्ट हैंड साइड लिखी है खास टीचा जो नहीं है। मैं अंग्रेजी बोलना सीखांगा। ये एक साफ टीचा नहीं है। क्यों नहीं है? इस विच क्या क्या खूबियां होनी चाहिए सी खास होने दे लई। आओ असी दूसरी उदाहरण देखते हाँ। मैं अपने स्कूल तो बाद हर रोज़ शाम ਨੂੰ ਕੋਚਿੰਗ ਕਲਾਸ ਵਿੱਚ ਜਾ ਕੇ 6 ਮਹੀਨੇ ਦੇ ਅੰਦਰ ਚੰਗੀ ਅੰਗਰੇਜ਼ੀ ਸਿੱਖ ਕੇ ਅੰਤਰ ਸਕੂਲ ਦੇ ਬਹਿਸ ਮੁਕਾਬਲੇ ਵਿੱਚ ਹਿੱਸਾ ਲਵਾਂਗਾ। ਲੈਫਟ ਹੈਂਡ ਸਾਈਡ 'ਤੇ ਜੋ ਹੈ ਉਹਦੇ ਵਿੱਚ ਸਿਰਫ ਉਹ ਇਸ ਵਿੱਚ ਐਗਜ਼ਾਮਪਲ ਵਿੱਚ ਉਹ ਕੀ ਕਹਿ ਰਿਹਾ, ਮੈਂ ਅੰਗਰੇਜ਼ੀ ਬੋਲਣਾ ਸਿੱਖਾਂਗਾ। ਬੜੇ ਸੌਫਟਲੀ, ਬੜੇ ਆਰਾਮ ਨਾਲ ਉਹ ਬੋਲ ਰਹੇ ਮੈਂ ਸਿੱਖਾਂਗਾ। ਕੋਈ ਇਹਦੇ ਵਿੱਚ ਨਹੀਂ ਹੈ ਕਿ ਪਲੈਨਿੰਗ ਕਿਆ ਹੈ, ਕੋਈ ਪਲੈਨਿੰਗ ਨਹੀਂ ਦਿਖ ਰਹੀ ਹੈ। ਰਾਈਟ ਹੈਂਡ ਸਾਈਡ 'ਤੇ ਐਗਜ਼ਾਮਪਲ ਵਿੱਚ ਤੁਹਾਨੂੰ ਬੇਟਾ ਪਲੈਨਿੰਗ ਦਿਖ ਰਹੀ ਹੈ ਕਿ ਉਹ ਸਕੂਲ ਤੋਂ ਬਾਅਦ ਜਾਏਗਾ ਕੋਚਿੰਗ ਕਲਾਸ ਵਿੱਚ ਔਰ ਕਿੰਨੇ ਟਾਈਮ ਦੇ ਲਈ, 6 ਮਹੀਨੇ ਦੇ ਲਈ। ਔਰ ਕਿਆ ਉਹਦਾ ਗੋਲ ਹੈ, ਕਿਉਂ ਉਹ ਸਿੱਖਣਾ ਚਾਹੁੰਦਾ, ਇੰਨੀ ਪਲੈਨਿੰਗ ਕਿਸ ਲਈ ਕਰ ਰਿਹਾ ਹੈ ਤਾਂ ਕਿ ਉਹ ਅੰਤਰ ਸਕੂਲ ਦੇ ਬਹਿਸ ਮੁਕਾਬਲੇ ਵਿੱਚ ਹਿੱਸਾ ਲੈ ਸਕੇ। ਇਸ ਤਰੀਕੇ ਨਾਲ ਇਹ ਜਿਹੜਾ ਸੈਂਟੈਂਸ ਹੈ, ਇਹ ਜੋ ਸਾਡਾ ਗੋਲ ਹੈ ਇਹ ਪ੍ਰੋਪਰ ਸਪੈਸੀਫਿਕ ਗੋਲ ਜਾਂ ਖਾਸ ਟੀਚੇ ਦਾ ਉਦਾਹਰਨ ਪ੍ਰੋਪਰ ਬਣ ਜਾਂਦਾ ਹੈ। ਸੈਕਿੰਡ ਪੁਆਇੰਟ ਜੋ ਅਸੀਂ ਗੋਲ ਸੈਟਿੰਗ ਕਰਦੇ ਸਮੇਂ ਧਿਆਨ ਵਿੱਚ ਰੱਖਾਂਗੇ, ਮੇਜ਼ਰੇਬਲ। ਮਤਲਬ ਮੇਜ਼ਰੇਬਲ ਨੂੰ ਪੰਜਾਬੀ 'ਚ ਅਸੀਂ ਕਹਾਂਗੇ ਮਾਪਣਯੋਗ।
ਟੀਚਾ। ਮੇਜ਼ਰੇਬਲ ਗੋਲ ਇੱਕ ਸਮਾਰਟ ਟੀਚੇ ਵਿੱਚ ਪ੍ਰਗਤੀ ਨੂੰ ਮਾਪਣ ਲਈ ਮਾਪਦੰਡ ਹੋਣਾ ਲਾਜ਼ਮੀ ਹੈ। ਜੇ ਕੋਈ ਮਾਪਦੰਡ ਨਹੀਂ ਹਨ ਤਾਂ ਤੁਸੀਂ ਤਰੱਕੀ ਨਿਰਧਾਰਨ ਕਰਨ ਦੇ ਯੋਗ ਨਹੀਂ ਹੋਵੋਗੇ। ਇੱਕ ਮਾਪਦੰਡ ਟੀਚਾ ਸਵਾਲ ਦਾ ਜਵਾਬ ਦਿੰਦਾ ਹੈ, ਕਿੰਨਾ ਕੁ, ਕਿੰਨੇ, ਮੈਂ ਕਿਵੇਂ ਜਾਣਾ ਕਿ ਮੈਂ ਨਤੀਜੇ ਪ੍ਰਾਪਤ ਕੀਤੇ ਹਨ। ਮਾਪਣਯੋਗ ਟੀਚਾ ਬੇਟਾ ਜੀ ਉਹ ਟੀਚਾ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਕੋਈ ਨੰਬਰ, ਕੋਈ ਟਾਈਮ ਪੀਰੀਅਡ ਜਾਂ ਕੋਈ ਪ੍ਰੋਪਰ ਤਰੀਕੇ ਨਾਲ ਪਤਾ ਹੋਏ ਕਿ ਤੁਸੀਂ ਕਿਹੜਾ ਜੋ ਟੀਚਾ ਹੈ ਕਿਸ ਤਰੀਕੇ ਨਾਲ ਪੂਰਾ ਕਰਨਾ ਹੈ, ਕਿੰਨਾ ਕੁ, ਕਿੰਨੇ ਟਾਈਮ ਵਿੱਚ ਜਾਂ ਕਦੋਂ ਮੈਂ ਇਸ ਨਤੀਜੇ ਨੂੰ ਪਾਉਣਾ ਹੈ। ਉਦਾਹਰਨ ਦੇਖੋ, ਮੈਂ ਭਾਰ ਘਟਾਉਣਾ ਚਾਹੁੰਦਾ ਹਾਂ। ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮਾਪਣਯੋਗ ਕੋਈ ਚੀਜ਼ ਨਹੀਂ ਹੈ ਜੋ ਸਾਨੂੰ ਇਹ ਟੀਚੇ ਨੂੰ ਜਾਂ ਇਸ ਵਾਕ ਨੂੰ ਮੇਜ਼ਰੇਬਲ ਟੀਚੇ ਦੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਕਰਦੀ। ਔਰ ਦੂਸਰੀ ਤਰਫ ਦੇਖਦੇ ਹਾਂ, ਮੈਂ 2 ਮਹੀਨੇ ਵਿੱਚ 10 ਕਿਲੋ ਭਾਰ ਘਟਾਉਣਾ ਚਾਹੁੰਦਾ ਹਾਂ। ਇਸੇ ਵਿੱਚ ਟਾਈਮ ਦਿੱਤਾ ਗਿਆ 2 ਮਹੀਨੇ ਔਰ ਕਿੰਨਾ ਕਿਲੋ ਘਟਾਉਣਾ ਚਾਹੁੰਦਾ, 10 ਕਿਲੋ ਭਾਰ ਘਟਾਉਣਾ ਚਾਹੁੰਦਾ ਹੈ। ਕਿ ਜੋ ਅਸੀਂ ਗੋਲ ਸੈੱਟ ਕੀਤਾ, ਮੇਰਾ ਗੋਲ ਹੈ ਕਿ ਮੈਂ 10 ਕਿਲੋ ਵੇਟ ਲੂਜ਼ ਕਰਨਾ ਹੈ ਅਤੇ 10 ਕਿਲੋ ਅਗਰ ਮੈਂ ਸੋਚਾਂਗਾ ਤਾਂ ਹੀ ਮੈਂ ਲੂਜ਼ ਕਰਾਂਗਾ। ਜੇ ਮੇਰੇ ਗੋਲ ਦੇ ਵਿੱਚ ਸੈਟਿੰਗ ਹੈ, ਅਗਰ ਮੇਰੇ ਗੋਲ ਦੇ ਵਿੱਚ ਮੇਜ਼ਰੇਬਲ ਜਾਂ ਮਾਪਣਯੋਗ ਕੋਈ ਚੀਜ਼ ਹੀ ਨਹੀਂ ਹੈ ਤਾਂ ਮੈਂ ਉਸ ਗੋਲ ਨੂੰ ਸਹੀ ਤਰੀਕੇ ਨਾਲ ਅਚੀਵ ਨਹੀਂ ਕਰ ਸਕਦਾ। ਨੈਕਸਟ ਪੁਆਇੰਟ ਹੈ ਅਟੇਨੇਬਲ। ਇੱਕ ਸ਼ਾਨਦਾਰ ਟੀਚਾ ਪ੍ਰਾਪਤ ਕਰਨ ਯੋਗ ਹੋਣਾ ਚਾਹੀਦਾ ਹੈ। ਵੱਡੇ ਟੀਚਿਆਂ ਨੂੰ ਛੋਟੇ ਹਿੱਸੇ ਕਰਕੇ ਟੀਚੇ ਨੂੰ ਪ੍ਰਾਪਤ ਕਰਨ ਯੋਗ ਬਣਾ ਸਕਦੇ ਹਾਂ। ਮਤਲਬ ਕਿ ਅਗਰ ਸਾਨੂੰ ਆਪਣਾ ਟੀਚਾ, ਅਸੀਂ ਆਪਣੇ ਕਿਸੇ ਟੀਚੇ ਨੂੰ ਪ੍ਰਾਪਤ ਕਰਨਾ ਹੈ, ਜ਼ਰੂਰੀ ਨਹੀਂ ਕਿ ਅਸੀਂ ਸਿੱਧੇ ਉਸ ਦੇ ਉੱਪਰ ਹੀ ਕੰਮ ਕਰਨਾ ਹੈ। ਸਾਨੂੰ ਉਸ ਦੇ ਅੰਡਰ ਛੋਟੇ ਛੋਟੇ ਟੀਚੇ ਜੋ ਹੈ ਉਸ ਦੇ ਵਿੱਚ ਟੀਚਿਆਂ ਵਿੱਚ ਆਪਣੇ ਵੱਡੇ ਟੀਚੇ ਨੂੰ ਤੋੜ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਜੋ ਮੇਨ ਗੋਲ ਨੂੰ ਪ੍ਰਾਪਤ ਕਰ ਸਕੀਏ। ਵੱਡਾ ਗੋਲ ਜਾਂ ਵੱਡਾ ਟੀਚਾ ਕੀ ਹੈ? ਇੱਕ ਵਿਦਿਆਰਥੀ ਦਾ, ਮੈਂ ਭਵਿੱਖ ਵਿੱਚ ਇੱਕ ਅਧਿਆਪਕ ਬਣਨਾ ਚਾਹੁੰਦਾ ਹਾਂ। ਅਧਿਆਪਕ ਬਣਨ ਦਾ ਜੋ ਵੱਡਾ ਟੀਚਾ ਹੈ, ਅਗਰ ਅਸੀਂ ਉਸਨੂੰ ਛੋਟੇ ਟੀਚਿਆਂ ਵਿੱਚ ਤੋੜਦੇ ਹਾਂ ਤੇ ਉਹ ਕੀ ਹਨ? ਪਹਿਲਾ ਛੋਟਾ ਟੀਚਾ ਹੋਏਗਾ ਉੱਚ ਸੈਕੰਡਰੀ ਯੋਗਤਾ, ਸੈਕਿੰਡ ਹੋਏਗਾ ਗ੍ਰੈਜੂਏਸ਼ਨ, ਥਰਡ ਹੈ BEd ਤੇ ਫੋਰਥ ਟੀਚਾ ਜਾਂ ਗੋਲ ਹੋਏਗਾ ਅਧਿਆਪਨ ਦੇ ਖੇਤਰ ਵਿੱਚ ਨੌਕਰੀ ਲਈ ਅਪਲਾਈ ਕਰਨਾ। ਤੁਸੀਂ ਵੀ ਜਾਣਦੇ ਹੋ ਕਿ ਅਧਿਆਪਕ ਬਣਨ ਲਈ ਇਹਨਾਂ ਚੀਜ਼ਾਂ ਦੀ, ਇਹਨਾਂ ਡਿਗਰੀਜ਼ ਦੀ ਜਾਂ ਜ਼ਰੂਰਤ ਪਏਗੀ। ਇਸ ਲਈ ਅਸੀਂ ਆਪਣੇ ਵੱਡੇ ਗੋਲ ਨੂੰ ਛੋਟੇ ਗੋਲ ਵਿੱਚ ਤਬਦੀਲ ਕਰ ਦਾਂਗੇ ਤਾਂ ਕਿ ਆਰਾਮ ਨਾਲ ਛੋਟੇ ਛੋਟੇ ਗੋਲ ਪੂਰੇ ਹੁੰਦੇ ਜਾਣਗੇ, ਜਿਸ ਦੇ ਨਾਲ ਅਸੀਂ ਆਟੋਮੈਟਿਕਲੀ ਹੀ ਆਪਣਾ ਜੋ ਮੇਨ ਵੱਡਾ ਸਾਡਾ ਗੋਲ ਹੈ ਅਸੀਂ ਉਸਨੂੰ ਪ੍ਰਾਪਤ ਕਰ ਸਕਦੇ ਹਾਂ। ਅਸੀਂ ਨੈਕਸਟ ਟੌਪਿਕ ਪੜ੍ਹਦੇ ਹਾਂ ਰੈਲੀਵੈਂਟ। ਰੈਲੀਵੈਂਟ ਨੂੰ ਪੰਜਾਬੀ ਵਿੱਚ ਯਥਾਰਥਵਾਦੀ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੁੰਦਾ ਹੈ ਉਚਿਤ। ਟੀਚਾ ਹਮੇਸ਼ਾ ਯਥਾਰਥਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਉਪਲਬਧ ਸਰੋਤਾਂ ਅਤੇ ਸਮੇਂ ਦੇ ਮੱਦੇਨਜ਼ਰ ਟੀਚਾ ਯਥਾਰਥਕ ਜਾਂ ਉਚਿਤ ਢੰਗ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਯਥਾਰਥਵਾਦੀ ਟੀਚਾ, ਮੈਂ 1 ਮਹੀਨਾ ਰੋਜ਼ 1 ਘੰਟਾ ਅੰਗਰੇਜ਼ੀ ਪੜ੍ਹਾਂਗਾ ਅਤੇ ਮਹੀਨੇ ਦੇ ਅੰਦਰ ਹੀ ਸਾਰਾ ਸਿਲੇਬਸ ਯਾਦ ਕਰਾਂਗਾ। ਦੂਸਰੀ ਤਰਫ ਅਸੀਂ ਦੇਖਦੇ ਹਾਂ, ਮੈਂ ਆਪਣਾ ਅੰਗਰੇਜ਼ੀ ਦਾ ਪੂਰਾ ਸਿਲੇਬਸ 1 ਦਿਨ ਵਿੱਚ ਪੜ੍ਹਾਂਗਾ ਅਤੇ ਯਾਦ ਕਰਾਂਗਾ, ਜੋ ਕਿ ਪੋਸੀਬਲ ਨਹੀਂ ਹੈ, ਜੋ ਕਿ ਉਚਿਤ ਨਹੀਂ ਹੈ। ਹਿਊਮਨ ਬੀਇੰਗ ਹੋਣ ਦੇ ਨਾਤੇ ਅਸੀਂ ਆਪਣਾ +1 ਕਲਾਸ 'ਚ ਜੇ ਤੁਸੀਂ ਹੋ ਗਿਆ, ਤੁਸੀਂ ਆਪਣਾ ਸਾਰਾ ਸਿਲੇਬਸ ਅੰਗਰੇਜ਼ੀ ਦਾ 1 ਦਿਨ 'ਚ ਯਾਦ ਕਰ ਸਕਦੇ ਹੋ? ਨਹੀਂ ਕਰ ਸਕਦੇ ਹੋ। ਔਰ ਇਸ ਨੂੰ ਯਾਦ ਕਰਨਾ ਅਸੰਭਵ ਹੈ, ਇਸ ਲਈ ਇਸ ਉਚਿਤ ਨਹੀਂ ਹੈ। ਇਸ ਲਈ ਇਹ ਟੀਚੇ ਨੂੰ ਅਸੀਂ ਗੈਰ ਯਥਾਰਥਕ ਟੀਚਾ ਕਹਾਂਗੇ। ਔਰ ਜਦ ਉਸਨੇ ਇੱਕ ਪ੍ਰੋਪਰ ਪਲੈਨਿੰਗ ਕੀਤੀ ਹੈ, ਮੈਂ 1 ਮਹੀਨਾ ਰੋਜ਼ 1 ਘੰਟਾ ਅੰਗਰੇਜ਼ੀ ਪੜ੍ਹਾਂਗਾ ਅਤੇ ਮਹੀਨੇ ਦੇ ਅੰਦਰ ਹੀ ਸਾਰਾ ਸਿਲੇਬਸ ਯਾਦ ਕਰਾਂਗਾ। ਇਸ ਦੇ ਵਿੱਚ ਇੱਕ ਵਿਦਿਆਰਥੀ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਆਪਣੀ ਜੋ ਪਲੈਨਿੰਗ ਹੈ ਉਸਨੂੰ ਇੰਗਲਿਸ਼ ਦਾ ਸਿਲੇਬਸ ਯਾਦ ਕਰਨ ਦੇ ਲਈ ਇੰਪਲੀਮੈਂਟ ਕੀਤਾ ਹੈ ਔਰ ਇਸ ਦੇ ਵਿੱਚ ਉਹ ਯਥਾਰਥਵਾਦੀ ਰੂਪ ਵਿੱਚ ਜੋ ਹੈ ਆਪਣਾ ਟੀਚਾ ਜੋ ਹੈ ਪੂਰਾ ਕਰ ਵੀ ਸਕੇਗਾ।
ਹੁਣ ਅਸੀਂ ਪੜ੍ਹਦੇ ਹਾਂ, ਸਾਡਾ ਲਾਸਟ ਪੁਆਇੰਟ ਹੈ ਟਾਈਮ ਬੌਂਡ, ਮਤਲਬ ਸਮਾਂਬੰਧ। ਇੱਕ ਸ਼ਾਨਦਾਰ ਟੀਚਾ ਨਿਸ਼ਚਿਤ ਰੂਪ ਵਿੱਚ ਨਿਰਧਾਰਿਤ ਹੋਣਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਅਤੇ ਅੰਤ ਮਿਤੀ ਹੋਣਾ ਲਾਜ਼ਮੀ ਹੈ। ਜੇ ਟੀਚਾ ਨਿਰਧਾਰਿਤ ਸਮੇਂ ਸੀਮਾ ਨਹੀਂ ਹੁੰਦੀਆਂ ਤਾਂ ਉੱਥੇ ਕਾਹਲੀ ਦੀ ਕੋਈ ਭਾਵਨਾ ਨਹੀਂ ਹੋਵੇਗੀ ਅਤੇ ਟੀਚਾ ਪੂਰਾ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਪੁਆਇੰਟ ਦਾ ਮਤਲਬ ਹੈ ਸਮਾਂਬੰਧ, ਮਤਲਬ ਜੋ ਅਸੀਂ ਆਪਣਾ ਗੋਲ ਸੈੱਟ ਕਰ ਰਹੇ ਹਾਂ ਉਸਦੀ ਇੱਕ ਟਾਈਮ ਲਿਮਿਟ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਟੀਚੇ ਦੀ ਸ਼ੁਰੂਆਤੀ ਡੇਟ ਜਾਂ ਦਿਨ ਕਿਹੜਾ ਰੱਖਣਾ ਹੈ, ਉਸਦੀ ਅੰਤਿਮ ਡੇਟ ਅਸੀਂ ਕੀ ਰੱਖਣੀ ਹੈ। ਜੇਕਰ ਅਸੀਂ ਉਸਨੂੰ ਇੱਕ ਪ੍ਰੋਪਰ ਡੇਟ ਜਾਂ ਵਾਈਜ਼ ਜਾਂ ਸਮੇਂ ਦੇ ਅਨੁਸਾਰ ਉਸਦੇ ਵਿੱਚ ਕੋਈ ਲਿਮਿਟ ਨਹੀਂ ਰੱਖਾਂਗੇ ਤੇ ਸਾਨੂੰ ਉਸ ਟੀਚੇ ਨੂੰ ਜਾਂ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਕਾਹਲੀ ਦੀ ਭਾਵਨਾ ਨਹੀਂ ਹੋਵੇਗੀ ਤਾਂ ਉਹ ਟੀਚਾ ਜੋ ਹੈ ਉਹ ਗੋਲ ਤੁਸੀਂ ਅਚੀਵ ਨਹੀਂ ਕਰ ਪਾਓਗੇ। ਉਦਾਹਰਨ ਅਸੀਂ ਦੇਖਦੇ ਹਾਂ, ਮੈਂ ਅਗਲੇ 2 ਮਹੀਨੇ ਵਿੱਚ 10 ਕਿਲੋ ਭਾਰ ਘਟਾਉਣਾ ਚਾਹੁੰਦਾ ਹਾਂ। ਦੇਖੋ, ਇਸ ਦੇ ਵਿੱਚ ਇੱਕ ਪਰਸਨ ਆਪਣੇ 2 ਮਹੀਨਿਆਂ ਦੀ ਲਿਮਿਟ ਲੈ ਕੇ ਚੱਲ ਰਿਹਾ ਔਰ 10 ਕਿਲੋ ਭਾਰ ਉਸਨੇ ਘਟਾਉਣਾ ਹੈ ਔਰ ਦੂਸਰੀ ਤਰਫ ਕਹਿ ਰਹੇ ਮੈਂ 10 ਕਿਲੋ ਭਾਰ ਘਟਾਉਣਾ ਚਾਹੁੰਦਾ ਹਾਂ। ਇਸ ਦੇ ਵਿੱਚ ਸਾਨੂੰ ਇਹ ਨਹੀਂ ਦਿਖ ਰਿਹਾ ਕਿ ਉਹ 10 ਕਿਲੋ ਸਾਲ 'ਚ ਘਟਾਉਣਾ 2 ਸਾਲ 'ਚ ਘਟਾਉਣਾ। ਅਗਰ ਟਾਈਮ ਨਹੀਂ ਸ਼ੋ ਹੋ ਰਿਹਾ ਇਟ ਮੀਨਸ ਜਾਂ ਅਸੀਂ ਟਾਈਮ ਦੇ ਲਿਮਿਟ ਰੱਖ ਕੇ ਆਪਣੀ ਪਲੈਨਿੰਗ ਨਹੀਂ ਕਰ ਰਹੇ ਗੋਲ ਦੀ, ਉਹ ਗੋਲ ਪੂਰੇ ਹੋਣ ਦੇ ਆਸਾਰ ਜੋ ਹੈ ਬੇਟਾ ਬਹੁਤ ਘੱਟ ਹੋ ਜਾਂਦੇ ਹਨ। ਇਸ ਲਈ ਜਦ ਵੀ ਅਸੀਂ ਇੱਕ ਸਮਾਰਟ ਟੀਚਾ ਨਿਰਧਾਰਿਤ ਕਰਨਾ ਹੈ ਤੇ ਸਾਨੂੰ ਸਭ ਤੋਂ ਪਹਿਲੇ ਟਾਈਮ ਲਿਮਿਟ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਔਰ ਤੁਹਾਡੀ ਲਿਮਿਟ ਖਤਮ ਹੋ ਰਹੀ ਹੁੰਦੀ ਹੈ ਤੁਸੀਂ ਉਸ ਗੋਲ 'ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿੰਦੇ ਹੋ, ਜ਼ਿਆਦਾ ਤੋਂ ਜ਼ਿਆਦਾ ਫੋਕਸ ਕਰਦੇ ਹੋ, ਉਚਿਤ ਪਲੈਨਿੰਗ ਕਰਦੇ ਹੋ ਅਤੇ ਆਪਣਾ ਜੋ ਹੈ ਗੋਲ ਉਹ ਪ੍ਰਾਪਤ ਕਰਨ ਵਿੱਚ ਸਮਰਥ ਹੁੰਦੇ ਹੋ। ਮੈਨੂੰ ਆਸ਼ਾ ਹੈ ਕਿ ਤੁਹਾਨੂੰ ਮੇਰਾ ਇਹ ਸਮਝਾਇਆ ਹੋਇਆ ਟੌਪਿਕ ਬੜੀ ਅੱਛੀ ਤਰ੍ਹਾਂ ਨਾਲ ਸਮਝ ਆ ਗਿਆ ਹੋਏਗਾ ਅਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੋਪਰ ਇੱਕ ਗੋਲ ਸੈਟਿੰਗ ਕਰਕੇ ਚੱਲੋਗੇ ਤਾਂ ਕਿ ਤੁਸੀਂ ਵੀ ਜ਼ਿੰਦਗੀ ਨੂੰ ਸੀਰੀਅਸਲੀ ਲੈ ਕੇ ਚੱਲੋ, ਕੌਨਫੀਡੈਂਟ ਬਣੋ, ਤਰੱਕੀਆਂ ਤੁਹਾਡੇ ਕਦਮ ਚੁੰਮਣ ਅਤੇ ਤੁਸੀਂ ਜ਼ਿੰਦਗੀ ਵਿੱਚ ਸਦਾ ਅੱਗੇ ਵੱਧਦੇ ਰਹੋ ਔਰ ਆਪਣੇ ਜੋ ਗੋਲ ਹੈ ਆਪਣੇ ਲਕਸ਼ ਨੂੰ ਪ੍ਰਾਪਤ ਕਰ ਸਕੋ। ਥੈਂਕ ਯੂ ਸੋ ਮਚ ਮਾਈ ਲਵਲੀ ਸਟੂਡੈਂਟਸ।